ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਚਾਉ ਸੱਜਣ ਮੜਿਆ ਦੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਆਪ ਤਰਿਆ ਜਿਨੀ ਡਿਠਾ, ਤਿਨਾ ਲੈ ਛਡਾਏ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਕਲ ਯੁਗ ਕਾ ਧਰਮ ਕਹੋ ਤੁਮ ਭਾਈ, ਕਿਵ ਛੂਟਹਿ ਹਮ ਛੁਟਕਾ ਕੀ। ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੈ ਤਰਾਕੀ। ਕਲ ਯੁਗ ਕਾ ਧਰਮ ਕਹੋ ਤੁਮ ਭਾਈ, ਕਿਵ ਛੂਟਹਿ ਹਮ ਛੁਟਕਾ ਕੀ। ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੈ ਤਰਾਕੀ। ਹਰ ਜੀ ਲਾਜ ਰਖੋ ਹਰ ਜਨ ਕੀ, ਹਰ ਹਰ ਜਪਨ ਜਪਾਵੋ ਆਪਨਾ। ਹਮ ਮੰਗੀ ਭਗਤ ਏਕਾਕੀ, ਰਹਾਉ ਹਰ ਕੇ ਸੇਵਕ ਸੇ ਹਰ ਪਿਆਰੇ। ਜਿਨ ਜਪਿਓ ਹਰ ਬਚਨਾ ਕੀ, ਲੇਖਾ ਚਿਤਰ ਗੁਪਤ ਜੋ ਲਿਖਿਆ। ਸਭ ਛੂਟੀ ਜਮ ਕੀ ਬਾਕੀ,
ਹਰ ਕੇ ਸੰਤ ਜਪਿਓ ਮਨ ਹਰ ਹਰ, ਲਗ ਸੰਗਤ ਸਾਧ ਜਨਾ ਕੀ, ਦਿਨ ਅਰ ਸੂਰ ਤ੍ਰਿਸ਼ਨਾ ਅਗਨ 부ਜਾਨੀ, ਸਿਵ ਚਰਿਓ ਚੰਦ ਚੰਦਾ ਕੀ, ਤੁਮ ਵੱਡ ਪੁਰਖ ਵੱਡ ਅਗਮ ਅਗੋਚਰ, ਤੁਮ ਆਪੇ ਆਪ ਅਪਾਕੀ, ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ, ਕਰ ਦਾਸਨ ਦਾਸ ਦਸਾ ਕੀ, ਤੁਮ ਵੱਡ ਪੁਰਖ ਵੱਡ ਅਗਮ ਅਗੋਚਰ, ਤੁਮ ਆਪੇ ਆਪ ਅਪਾਕੀ, ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ, ਕਰ ਦਾਸਨ ਦਾਸ ਦਸਾ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਜਾਗਦੀ ਜੋਤ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਪੰਥ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਆਪ ਜੀ ਨੂੰ ਪ੍ਰਾਪਤ ਹੋਏ ਹੈ। ਹਜ਼ੂਰ ਦੇ ਪਵਿੱਤਰ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਸਰਬੱਤ ਸੰਗਤਾਂ ਸਤਿਗੁਰੂ ਜੀ ਦਾ ਅੰਮ੍ਰਿਤ ਵੇਲੇ ਆਇਆ ਹੋਇਆ ਪਵਿੱਤਰ ਸ਼੍ਰੀ ਮੁਖਵਾਕ ਜੋ ਹਜ਼ੂਰ ਨੇ ਇਲਾਹੀ ਫਰਮਾਨ ਬਖਸ਼ਿਸ਼ ਕੀਤਾ ਹੈ, ਉਸ ਦੀ ਪਵਿੱਤਰ ਕਥਾ ਸਰਵਣ ਕਰਨ ਵਾਸਤੇ ਸਤਿਗੁਰੂ ਜੀ ਦੇ ਹਜ਼ੂਰ ਆ ਕੇ ਸਜੇ ਬੈਠੇ ਹੋ। ਮਹਾਰਾਜ ਦੀ ਸੰਗਤ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਜਿਵੇਂ ਚੰਦਨ ਦੇ ਨੇੜੇ ਸਾਰਾ ਜੰਗਲ ਹੀ ਚੰਦਨ ਬਣ ਜਾਂਦਾ ਹੈ। ਸਤਿਗੁਰੂ ਜੀ ਦੀ ਸੰਗਤ ਨਾਲ ਜਿਹੜਾ ਜਿਹੜਾ ਪ੍ਰਾਣੀ ਵੀ ਜੁੜਦਾ ਏ, ਉਹਦੇ ਵਿੱਚੋਂ ਭਗਤੀ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਸ਼ੁਭ ਗੁਣਾਂ ਦੇ ਪ੍ਰਸਾਦ ਦੀ ਦਾਤ ਪ੍ਰਾਪਤ ਹੁੰਦੀ ਹੈ। ਜੀਵਨ ਦੇ ਜਿਉਣ ਦੀ ਜੁਗਤ ਮਿਲ ਜਾਂਦੀ ਹੈ। ਧਰਮ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸਤਸੰਗੀ ਬਹੁਤ ਮਹਾਨ ਬਣ ਜਾਂਦਾ ਹੈ। ਉਸ ਦੀ ਬਰਾਬਰਤਾ ਵੱਡੇ ਵੱਡੇ ਮਨੁੱਖ ਤਾਂ ਕੀ ਦੇਵੀ ਦੇਵਤੇ ਨਹੀਂ ਕਰ ਸਕਦੇ। ਸਾਧ ਸੰਗਤ ਜੀ, ਅੱਜ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਸੱਚੇ ਪਾਤਸ਼ਾਹ ਜੀ ਨੇ ਮੱਤੇ ਦੀ ਸਰਾਂ, ਜਿਹੜਾ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਅੰਦਰ ਬਾਬਾ ਫੇਰੂਮਲ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਆਗਮਨ ਹੋਇਆ। ਇੱਕ ਗ੍ਰੰਥ ਹੈ ਗੁਰੂ ਅੰਗਦ ਦਰਸ਼ਨ।
ਉਸ ਵਿੱਚ ਜ਼ਿਕਰ ਹੈ ਕਿ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਸ ਮੱਤੇ ਦੀ ਸਰਾਂ ਵਿਖੇ ਆਏ ਸੀ, ਮਹਾਰਾਜ ਜੀ ਦਾ ਆਉਣਾ ਸੁਣ ਕਰਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਮਾਤਾ ਪਿਤਾ ਜੀ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਚੱਲ ਕਰਕੇ ਆਏ। ਦੰਪਤੀ ਦੇ ਮਨ ਅੰਦਰ ਜੋ ਇੱਛਾ ਸੀ, ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸਾਨੂੰ ਪੁੱਤਰ ਦੀ ਦਾਤ ਬਖਸ਼ੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੀ ਬਾਬਤ ਭੱਟਾਂ ਨੇ ਕਿਹਾ, ਇੱਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਬਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਇੱਕ ਮਨ ਪੁਰਖ ਧਿਆਏ ਬਰ ਦਾਤਾ, ਵਰਾਂ ਦੇ ਦਾਤੇ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਸੰਸਾਰ ਦੇ ਅੰਦਰ ਜੀਆਂ ਨੂੰ ਸੰਸਾਰੀ ਦਾਤਾਂ ਦੀ ਵੀ ਲੋੜ ਹੁੰਦੀ ਹੈ, ਪਰ ਸਤਿਗੁਰੂ ਜੀ ਸ਼ਬਦ ਦੀ ਦਾਤ ਬਖਸ਼ਿਸ਼ ਕਰਕੇ ਸੰਸਾਰੀ ਲੋੜਾਂ ਤੋਂ ਵੀ ਮੁਕਤ ਕਰ ਦਿੰਦੇ ਆ ਗਰੀਬ ਨਵਾਜ। ਹਜ਼ੂਰ ਸੇਵਾ ਵੇਖ ਕੇ ਇੰਨੇ ਤਰੁੱਠੇ, ਮਹਾਰਾਜ ਜੀ ਨੇ ਆਖਿਆ ਤੁਹਾਡੇ ਘਰ ਵਿੱਚ ਪੁੱਤਰ ਪ੍ਰਾਪਤ ਹੋਵੇਗਾ। ਹਜ਼ੂਰ ਜਾਣਦੇ ਹੈ ਕਿ ਸਾਡੀ ਗੁਰਿਆਈ ਦੇ ਮਾਲਕ ਹੋਣਗੇ। ਇਹ ਸੱਚੇ ਪਾਤਸ਼ਾਹ ਜੀ ਦਾ ਵਰਦਾਨ ਸੀ, ਜੋ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਪਹਿਲਾ ਨਾਮ ਬਾਬਾ ਲਹਿਣਾ ਜੀ ਘਰ ਵਿੱਚ ਜਨਮ ਤੋਂ ਉਪਰੰਤ ਜਿਹੜਾ ਸਾਧ ਸੰਗਤ ਜੀ ਭਾਵੇਂ ਕਿ ਆਪਣੇ ਜਿਹੜੇ ਪੁਰਾਤਨ ਅਸਥਾਨ ਨੇ ਉਹਨਾਂ ਦੇ ਉੱਤੇ ਲਿਖਤ ਵਿੱਚ ਵੀ ਮਿਲਦਾ, ਜਨਮ ਅਸਥਾਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਗੁਰਦੁਆਰਾ ਨਨਕਾਣਾ ਸਾਹਿਬ। ਗੁਰੂ ਮਹਾਰਾਜ ਸਾਹਿਬ ਜੀ ਦੀ ਲਿਖਤ ਵੀ ਕਹਿੰਦੀ ਹੈ, ਇਹ ਭਾਂਤ ਬਹੁਕਾਲ ਬਤਾਇਓ, ਜਨਮ ਸਮੇਂ ਨਾਨਕ ਕੋ ਆਇਓ। ਜਦੋਂ ਗੁਰੂ ਸਾਹਿਬਾਂ ਜੀ ਦੇ ਪੁਰਬ ਆਉਂਦੇ ਆ, ਆਪਾਂ ਸਤਿਗੁਰੂ ਜੀ ਦੀ ਬਾਣੀ ਜੋ ਸਾਨੂੰ ਉਪਦੇਸ਼ ਦਿੰਦੀ ਹੈ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਇਸ ਕਰਕੇ ਆਪਾਂ ਸਤਿਗੁਰੂ ਜੀ ਦਾ ਜਦੋਂ ਸੰਸਾਰ ਤੇ ਅਵਤਾਰ ਧਾਰਨ ਦਾ ਦਿਨ ਆਉਂਦਾ ਹੈ, ਆਪਾਂ ਪ੍ਰਕਾਸ਼ ਗੁਰਪੁਰਬ ਕਹਿੰਦੇ ਹਾਂ, ਕਿਉਂਕਿ ਜਦੋਂ ਬੱਦਲ ਹੋ ਜਾਂਦੇ ਆ ਆਕਾਸ਼ ਵਿੱਚ, ਸੂਰਜ ਤਾਂ ਹੁੰਦਾ ਪਰ ਕੁਝ ਸਮੇਂ ਲਈ ਅਲੋਪ ਹੋ ਜਾਂਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨਿਰੰਕਾਰ ਦਾ ਸਰਗੁਣ ਰੂਪ ਨੇ ਗਰੀਬ ਨਵਾਜ। ਇਸ ਕਰਕੇ ਆਪਾਂ ਮਹਾਰਾਜ ਜੀ ਦਾ ਪੁਰਬ ਜਦੋਂ ਮਨਾਉਂਦੇ ਆ, ਸਤਿਕਾਰ ਨਾਲ ਇਹ ਸ਼ਬਦ ਲਿਖਦੇ ਆ, ਪ੍ਰਕਾਸ਼ ਗੁਰਪੁਰਬ। ਹੋਰ ਜਿੰਨੇ ਵੀ ਗੁਰਸਿੱਖ, ਸਾਡੀਆਂ ਮਾਤਾਵਾਂ, ਸਤਿਗੁਰਾਂ ਜੀ ਦੇ ਮਹਿਲ, ਜਦੋਂ ਉਹਨਾਂ ਦੇ ਪੁਰਬ ਆਉਣ ਤਾਂ ਸਾਧ ਸੰਗਤ ਜੀ ਜਨਮ ਦਿਨ ਸ਼ਬਦ ਹੀ ਲਿਖਣਾ ਚਾਹੀਦਾ। ਪ੍ਰਕਾਸ਼ ਗੁਰਪੁਰਬ ਕੇਵਲ ਤੇ ਕੇਵਲ 10 ਪਾਤਸ਼ਾਹੀਆਂ ਦੇ ਨਾਮ ਨਾਲ ਲੱਗਦਾ ਹੈ, ਕਿਉਂਕਿ ਇਹ ਗੁਰਸਿੱਖਾਂ ਦਾ ਸਤਿਗੁਰਾਂ ਜੀ ਦੇ ਪ੍ਰਤੀ ਸ਼ਰਧਾ ਦਾ ਅਨੁਭਵ ਹੈ। ਗਰੀਬ ਨਵਾਜ ਸਤਿਗੁਰਾਂ ਜੀ ਦਾ ਪ੍ਰਕਾਸ਼ ਹੋਇਆ, ਮਾਤਾ ਪਿਤਾ ਦੀ ਦੇਖ ਰੇਖ ਵਿੱਚ ਬਚਪਨ ਬਤੀਤ ਹੋਇਆ। ਸੱਚੇ ਪਾਤਸ਼ਾਹ ਜੋ ਗੁਰੂ ਨਾਨਕ ਸਾਹਿਬ ਜੀ ਨੇ ਸੁਭ ਗੁਣ ਲੁਕਾਈ ਨੂੰ ਬਖਸ਼ਿਸ਼ ਕੀਤੇ ਆ ਨਾ, ਉਹਨਾਂ ਗੁਣਾਂ ਦੇ ਸਹਿਤ ਅਵਤਰੇ ਹੈ ਗੁਰੂ ਅੰਗਦ ਸਾਹਿਬ ਜੀ ਮਹਾਰਾਜ। ਵੈਰਾਗ ਤੇ ਵਿਵੇਕ, ਇਹ ਜਾਣੋ ਗੁਰੂ ਅੰਗਦ ਸਾਹਿਬ ਦੇ 2 ਨੇਤਰ ਨੇ, ਤੇ ਸ਼ਰਧਾ ਤੇ ਵਿਸ਼ਵਾਸ ਇਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ 2 ਕੰਨ ਹਨ। ਤੇ ਭੈ ਕੇ ਚਰਨ ਮਹਾਰਾਜ ਸਾਹਿਬ ਜੀ ਨੇ ਸਤਿਗੁਰਾਂ ਦੇ ਡਰ ਦੇ ਚਰਨ ਬਣਾਏ ਹੈ। ਕਰ ਭਾਵ ਕੇ
ਤੇ ਸ਼ਰਧਾ ਦੇ ਦੋਵੇਂ ਹੱਥ ਬਣਾਏ ਆ ਸੱਚੇ ਪਾਤਸ਼ਾਹ ਜੀ ਨੇ। ਹੁਕਮ ਮੰਨਣ ਦੀ, ਸੇਵਾ ਕਮਾਉਣ ਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਹੁਤ ਵੱਡੀ ਮਿਸਾਲ ਸਿੱਖੀ ਵਿੱਚ ਕਾਇਮ ਕੀਤੀ। ਗਰੀਬ ਨਵਾਜ ਸਤਿਗੁਰੂ ਜੀ ਦਾ ਆਨੰਦ ਕਾਰਜ, ਜਿਸ ਪਵਿੱਤਰ ਨਗਰ ਦਾ ਨਾਮ ਕਦੇ ਖਡੂਰ ਸਾਹਿਬ ਹੋਣਾ, ਉੱਥੇ ਸੰਗਰ ਨੰਗਰ ਨਾਮ ਦਾ ਨਗਰ ਵਸਦਾ ਸੀ। ਬਾਅਦ ਵਿੱਚ ਜਿਸ ਦਾ ਨਾਮ ਖਡੂਰ ਸਾਹਿਬ ਹੋਇਆ, ਬਾਣੀ ਵਿੱਚ ਵੀ ਇਸ ਨਗਰ ਦਾ ਨਾਮ ਫੇਰ ਵਸਾਇਆ, ਫੇਰੋ ਆਣ ਸਤਿਗੁਰ ਖਾਡੂਰ। ਇਥੋਂ ਦੇ ਧਰਮੀ ਪੁਰਖ ਦੇਵੀ ਚੰਦ ਜੀ ਦੀ ਸੁਪੁੱਤਰੀ ਸਾਡੇ ਮਾਤਾ ਜੀ, ਮਾਤਾ ਖੀਵੀ ਜੀ ਨਾਲ ਸਤਿਗੁਰੂ ਜੀ ਦਾ ਆਨੰਦ ਕਾਰਜ ਹੋਇਆ। ਸਾਧ ਸੰਗਤ ਜੀ, ਪਹਿਲੋਂ ਬਲੋਚਾਂ ਦੀਆਂ ਧਾੜਾਂ ਪਿਆ ਕਰਦੀਆਂ ਸੀ। ਬਲੋਚਾਂ ਦੀ ਧਾੜ ਨੇ ਨਗਰ ਉਜਾੜ ਦਿੱਤਾ ਤੇ ਬਾਅਦ ਵਿੱਚ ਇਸ ਨਗਰ ਦਾ ਨਾਮ ਨਾਂਗੇ ਕੀ ਸਰਾਂ ਪ੍ਰਸਿੱਧ ਹੋਇਆ, ਜੋ ਅੱਜ ਆਪਾਂ ਨਾਮ ਲੈਨੇ ਆ ਨਾਂਗੇ ਕੀ ਸਰਾਂ। ਪਹਿਲਾਂ ਇਹਨੂੰ ਮੱਤੇ ਕੀ ਸਰਾਂ ਕਿਹਾ ਜਾਂਦਾ ਸੀ। ਇਹ ਦੋਵੇਂ ਹੀ ਨਾਮ ਪ੍ਰਸਿੱਧ ਹੈ। ਭਾਈ ਦੇਵੀ ਚੰਦ ਜੀ ਆਪਣੀ ਪੁੱਤਰੀ ਸਾਡੇ ਮਾਤਾ ਖੀਵੀ ਜੀ ਨੂੰ ਬਹੁਤ ਪਿਆਰ ਕਰਦੇ ਸੀ। ਹਜੂਰ ਦੇ ਪਿਤਾ ਜੀ ਜਦੋਂ ਗੁਜ਼ਰ ਗਏ, ਬਲੋਚਾਂ ਨੇ ਨਗਰ ਉਜਾੜ ਦਿੱਤਾ। ਹਜੂਰ ਦੇ ਸਹੁਰਾ ਸਾਹਿਬ ਜੀ ਨੇ ਪਿਆਰ ਨਾਲ ਆਪ ਜੀ ਨੂੰ ਖਡੂਰ ਸਾਹਿਬ ਲੈ ਆਂਦਾ, ਇੱਥੇ ਹੀ ਆਪ ਰਹੇ। ਇੱਥੋਂ ਦੇ ਭਾਈ ਜੋਧ ਸੀ ਗੁਰੂ ਨਾਨਕ ਸਾਹਿਬ ਜੀ ਦੇ ਅਨੰਨ ਸਿੱਖ। ਉਹਨਾਂ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜਦੋਂ ਬਾਣੀ ਸੁਣੀ, ਜਿਵੇਂ ਸਾਧ ਸੰਗਤ ਜੀ ਕੋਈ ਤੀਰ ਛਾਤੀ ਨੂੰ ਵਿੰਨ ਜਾਂਦਾ ਹੈ ਨਾ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਅੰਦਰ ਬਰਾਗ ਦਾ ਛੇਕ ਪਿਆ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣ ਕਰਕੇ। ਜਿਵੇਂ ਕਬੀਰ ਸਾਹਿਬ ਨੇ ਸ਼ਬਦ ਕਹੇ ਆ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਭਰਿਆ ਪਰਾ ਕਲੇਜੇ ਛੇਕ। ਵੈਰਾਗ ਦਾ ਛੇਕ ਪੈ ਗਿਆ ਹਿਰਦੇ ਵਿੱਚ। ਮਨ ਤਰਸਦਾ ਰਹਿੰਦਾ ਕਦੋਂ ਸਮਾਂ ਆਵੇ ਤੇ ਗੁਰੂ ਨਾਨਕ ਸਾਹਿਬ ਦਾ ਸਾਨੂੰ ਦਰਸ਼ਨ ਹੋਵੇ। ਜਨਮ ਸਾਖੀ ਦਾ ਜ਼ਿਕਰ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹੈ, ਜਦੋਂ ਪਰਾਰਬਧ ਪੂਰੀ ਹੋਣ ਤੋਂ ਭਾਈ ਦੇਵੀ ਚੰਦ ਜੀ ਚੜ੍ਹਾਈ ਕਰ ਗਏ, ਇਥੋਂ ਦੇ ਲੋਕ ਦੇਵੀ ਦੇ ਚਾਲੇ ਜਾਇਆ ਕਰਦੇ ਸੀ। ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ, ਮਹਾਰਾਜ ਤੁਹਾਡੇ ਵੱਡੇ ਸੀ, ਹੁਣ ਤੁਸੀਂ ਲੈ ਕੇ ਚੱਲੋ। ਸਤਿਗੁਰੂ ਜੀ ਕਹਿੰਦੇ, ਭਾਈ ਅਸੀਂ ਇੱਕ ਸ਼ਰਤ ਤੇ ਚੱਲਾਂਗੇ, ਜੇ ਤੁਸੀਂ ਕਰਤਾਰਪੁਰ ਸਾਹਿਬ ਦੇ ਹੁੰਦੇ ਹੋਏ ਜਾਓ ਤਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਹਾ, ਗੁਰੂ ਸਾਹਿਬ ਜੀ ਨੂੰ, ਕਿ ਜਿੱਧਰੋਂ ਦੀ ਤੁਸੀਂ ਲੈ ਚੱਲੋ ਅੱਗੇ ਅਸੀਂ ਚੱਲ ਰਹਾਂਗੇ। ਜਦੋਂ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਆਏ, ਬਾਹਰ ਡੇਰਾ ਕਰਵਾ ਦਿੱਤਾ ਸਾਰੀ ਸੰਗਤ ਦਾ। ਗੁਰੂ ਨਾਨਕ ਸਾਹਿਬ ਜੀ ਗੁਰਿਆਈ ਦੇ ਮਾਲਕ ਜਾਣ ਕੇ ਆਪ ਲੈਣ ਆਏ। ਫਿਰ ਸੱਚੇ ਪਾਤਸ਼ਾਹ ਜੀ ਛੋਟੀ ਦਰੀਚੀ ਰਾਹੀਂ ਜਦੋਂ ਅੰਦਰ ਪ੍ਰਵੇਸ਼ ਕਰ ਗਏ, ਗੁਰੂ ਅੰਗਦ ਸਾਹਿਬ ਜੀ ਨੇ ਸਰਾਮ ਵਿੱਚ ਜਾ ਕਰਕੇ ਮੰਜੀ ਸਾਹਿਬ ਤੇ ਗੁਰੂ ਨਾਨਕ ਸਾਹਿਬ ਨੂੰ ਬੈਠਿਆਂ ਵੇਖਿਆ, ਮੱਥਾ ਟੇਕਿਆ, ਨਾਲੇ ਮਨ ਵਿੱਚ ਬੜਾ ਝੋਰਾ ਕੀਤਾ। ਮਨਾ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਇੰਨਾ ਮਨ ਲਲਚਾਉਂਦਾ ਸੀ, ਉਹ ਤੁਰ ਕੇ ਆਏ ਆ, ਤੂੰ ਘੋੜੀ ਤੇ ਚੜ੍ਹ ਕੇ ਆਇਆ ਤੇ ਗਲਤੀ ਕੀਤੀ ਹੈ, ਠੀਕ ਨਹੀਂ ਕੀਤਾ। ਮਨ ਵਿੱਚ ਝੂਰਦੇ ਸਨ। ਸਤਿਗੁਰੂ ਜੀ ਨੇ ਕਿਹਾ, ਭਾਈ ਪੁਰਖਾ ਝੂਰਦੇ ਕਿਉਂ, ਕੀ ਨਾਂ ਹੈ ਤੁਹਾਡਾ? ਮਹਾਰਾਜ ਮੇਰਾ ਨਾਮ ਲੈਣਾ ਹੈ। ਸਤਿਗੁਰਾਂ ਜੀ ਨੇ ਫਿਰ ਵਾਕ ਕਹੇ, ਤੁਸਾਂ ਲੈਣਾ ਤੇ ਅਸੀਂ ਦੇਣਾ ਹੈ। ਜਿਹਦੇ ਉੱਤੇ ਸਤਿਗੁਰੂ ਆਪਣੀ ਬਖਸ਼ਿਸ਼ ਧਰਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਘਰੋਂ ਕਿਸ ਕਾਰਜ ਤੁਰੇ ਸੀ? ਦੱਸਿਆ। ਸਤਿਗੁਰੂ ਜੀ ਨੇ ਕਿਹਾ, ਜਦੋਂ ਇੱਕ ਰਾਤ ਉੱਥੇ ਠਹਿਰੇ, ਇਤਿਹਾਸ ਲੰਬਾ, ਮੈਂ ਕੇਵਲ ਟੂਕ ਮਾਤਰ ਬੇਨਤੀ ਕਰਾਂਗਾ। ਜਿਸ ਦੇਵੀ ਦੇ ਚਾਲੇ ਨੂੰ ਖਡੂਰ ਸਾਹਿਬ ਦੇ ਲੋਕ ਜਾਂਦੇ ਸੀ, ਉਹ ਦੇਵੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਝਾੜੂ ਫੇਰਦੀ ਹੋਈ ਵੇਖੀ। ਮਨ ਨੇ ਨਿਸ਼ਚਾ ਕਰ ਲਿਆ, ਮਨਾ ਸਮਰੱਥ ਗੁਰੂ ਜੀ ਦੇ ਦਰ ਤੇ ਸਭ ਦੇਵੀ ਦੇਵਤੇ ਹੱਥ ਜੋੜ ਕੇ ਮੰਗਦੇ ਆ, ਹੁਣ ਇਹ ਦਰ ਛੱਡ ਕੇ ਕਿਧਰੇ ਨਹੀਂ ਜਾਣਾ।
ਜਦੋਂ ਸਾਰਿਆਂ ਨੂੰ ਕਿਹਾ ਭਾਈ ਅਸੀਂ ਜਿੱਥੇ ਆਉਣਾ ਸੀ ਆ ਗਏ, ਹੁਣ ਤੁਸੀਂ ਤੁਹਾਡੀ ਮਰਜ਼ੀ ਆ, ਖਡੂਰ ਸਾਹਿਬ ਵਾਪਸ ਪਰਤਣਾ ਪਰਤ ਜੋ, ਦੇਵੀ ਚਾਲੇ ਜਾਣਾ ਤੁਹਾਡੀ ਮਰਜ਼ੀ ਹੈ। ਸਤਿਗੁਰੂ ਜੀ ਦੀ ਸ਼ਰਨ ਵਿੱਚ ਬੈਠੇ ਹਜੂਰ ਨੇ ਕਿਹਾ ਸੁਤੇ ਹੀ ਕਿ ਭਾਈ ਪੁਰਖਾ ਤੁਸੀਂ ਜਿਸ ਕਾਰਜ ਵਾਸਤੇ ਆਏ ਸੀ ਜਾਂਦੇ ਕਿਉਂ ਨਹੀਂ? ਗੁਰੂ ਅੰਗਦ ਸਾਹਿਬ ਜੀ ਨੇ ਹੱਥ ਜੋੜ ਕੇ ਆਖਿਆ, ਗਰੀਬ ਨਵਾਜ, ਜੇ ਕੋਈ ਘਰੋਂ ਸ਼ਹਿਦ ਲੈਣ ਵਾਸਤੇ ਤੁਰੇ, ਰਸਤੇ ਵਿੱਚ ਉਹਨੂੰ ਅੰਮ੍ਰਿਤ ਮਿਲ ਜਾਵੇ, ਮਹਾਰਾਜ ਉਹਨੇ ਫਿਰ ਸ਼ਹਿਦ ਲੈ ਕੇ ਕੀ ਕਰਨਾ ਹੈ? ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਆਪਾ ਅਰਪਣ ਕਰ ਦਿੱਤਾ। ਹਜੂਰ ਨੇ ਕਸਵੱਟੀ ਲਾਈ, ਬਾਣੀ ਦੀ ਗਵਾਹੀ ਹੈ। ਸਤਿਗੁਰੂ ਜੀ ਦੇ ਗੁਣਾਂ ਨੂੰ ਪਾ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਐਂ ਝੁਕ ਗਏ ਜਿਵੇਂ ਫਲਾਂ ਵਾਲਾ ਰੁੱਖ ਝੁਕ ਜਾਂਦਾ ਹੈ। ਜਿਹੜੇ ਰੁੱਖ ਨੂੰ ਫਲ ਪਏ ਹੁੰਦੇ ਆ ਨਾ ਸਾਧ ਸੰਗਤ ਜੀ, ਉਹ ਲੱਦਿਆ ਹੋਇਆ ਝੁਕ ਜਾਂਦੀਆਂ ਉਸ ਦੀਆਂ ਟਾਹਣੀਆਂ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗੁਣ ਹੀ ਇੰਨੇ ਕਮਾਏ ਸਤਿਗੁਰਾਂ ਦੇ ਹਜੂਰ ਰਹਿ ਕਰਕੇ ਕਿ ਆਪ ਜੀ ਦਾ ਹਿਰਦਾ ਨਿਮਰਤਾ ਦੇ ਨਾਲ ਝੁਕ ਗਿਆ ਉਹਨਾਂ ਗੁਣਾਂ ਨੂੰ ਪਾ ਕਰਕੇ। ਨਿਮਰੀ ਭੂਤ ਸਦੀਵ ਪਰਮ ਪਿਆਰ, ਮਹਾਰਾਜ ਸਦਾ ਨਿਮਰਤਾ ਵਿੱਚ ਰਹਿੰਦੇ ਆ। ਫਿਰ ਭੱਟਾਂ ਨੇ ਕਿਹਾ, ਦ੍ਰੋਮ ਸਪੂਰ ਜਿਉ ਨਿਵੈ, ਖਵੈ ਕਸ ਬਿਮਲ ਵਿਚਾਰ ਹੈ। ਮਹਾਰਾਜ ਜਿਵੇਂ ਦ੍ਰੋਮ ਬ੍ਰਿਕਸ਼ ਫਲਦਾਰ ਨਿਉ ਜਾਂਦਾ ਹੈ ਨਾ, ਇਵੇਂ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਆਪ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਭਗਤੀ ਦਾ ਗੁਣ ਪਾ ਕੇ, ਨਾਮ ਦਾ ਪਦਾਰਥ ਪਾ ਕੇ, ਸੁਭ ਗੁਣਾਂ ਦੀਆਂ ਦਾਤਾਂ ਪਾ ਕੇ ਆਪ ਦਾ ਹਿਰਦਾ ਝੁਕ ਗਿਆ ਸੱਚੇ ਪਾਤਸ਼ਾਹ। ਖਵੈ ਕਸ ਬਿਮਲ ਵਿਚਾਰ ਹੈ, ਐਸੀ ਬਿਮਲ ਉਜਲ ਵਿਚਾਰ ਆਪ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚੋਂ ਪ੍ਰਾਪਤ ਹੋਈ ਹੈ ਕਿ ਆਪ ਨੇ ਸਤਿਗੁਰਾਂ ਦੀ ਕਸਵੱਟੀ ਨੂੰ ਖਵੈ ਸਹਾਰ ਲਿਆ ਹੈ। ਜਿਵੇਂ ਫਲਦਾਇਕ ਰੁੱਖ ਪੱਥਰ ਸਹਾਰਦਾ ਹੈ ਨਾ, ਤੇ ਫਿਰ ਕੀ ਦਿੰਦਾ ਹੈ? ਫਲ ਦਿੰਦਾ ਹੈ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਈਰਖਾ ਦਾ ਪੱਥਰ ਮਾਰਿਆ ਆ ਕੇ, ਜਦੋਂ ਤਪੇ ਨੇ ਕਿਹਾ ਕਿ ਗ੍ਰਸਤੀ ਸਾਧੂ ਇੱਥੇ ਰਹਿੰਦੇ ਆ, ਮੀਂਹ ਕਿਉਂ ਪਵੇਗਾ? ਮੀਂਹ ਨਹੀਂ ਪੈ ਸਕਦਾ। ਤੇ ਉਹ ਖਾਰੇ ਜੱਟ ਫਿਰ ਆ ਕੇ ਗੁਰੂ ਸਾਹਿਬ ਜੀ ਕੋਲ ਕਹਿਣ ਲੱਗ ਗਏ, ਕਹਿੰਦੇ ਤਪੇ ਨੇ ਕਿਹਾ ਕਿ ਤੁਸੀਂ ਨਗਰ ਛੱਡ ਜਾਓ, ਸਾਡਾ ਭਲਾ ਤਾਂ ਹੈ, ਤੁਸੀਂ ਚਲੇ ਜਾਓਗੇ ਮੀਂਹ ਪੈ ਜਾਵੇਗਾ। ਹਜੂਰ ਨੇ ਉਹ ਕਿਹਾ ਹੋਇਆ ਈਰਖਾ ਦਾ ਕੌੜਾ ਵਾਕ ਜਿਹੜਾ ਸੀ ਨਾ, ਇੱਟ ਵਰਗਾ ਪੱਥਰ ਵਰਗਾ, ਮਹਾਰਾਜ ਜੀ ਸਹਾਰਦਿਆਂ ਹੋਇਆਂ ਕਹਿੰਦੇ, ਅੱਛਾ ਭਾਈ ਜੇ ਸਾਡੇ ਜਾਇਆਂ ਤੁਹਾਡਾ ਭਲਾ ਹੁੰਦਾ ਤੇ ਅਸੀਂ ਚਲੇ ਜਾਂਦੇ। ਬਾਬਾ ਬੁੱਢਾ ਸਾਹਿਬ ਜੀ ਨੂੰ ਥੋੜਾ ਜਿਹਾ ਵੀਰ ਰਸ ਆਇਆ, ਪਰ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦਾ ਵੇਖ ਕੇ ਨਾ ਰੁੱਖ ਚੁੱਪ ਕਰ ਗਏ। ਗੁਰੂ ਸਾਹਿਬ ਜੀ ਨੇ ਇਸ਼ਾਰੇ ਨਾਲ ਹੀ ਮਨੇ ਕਰ ਦਿੱਤਾ ਕਿ ਕੁਝ ਨਹੀਂ ਕਹਿਣਾ। ਹਜੂਰ ਉੱਠ ਕਰਕੇ ਜਿੱਥੇ ਅੱਜ ਖਾਨ ਛਾਪਰੀ ਗੁਰਦੁਆਰਾ ਸਾਹਿਬ ਮਹਾਰਾਜ ਉੱਥੇ ਚਲੇ ਗਏ ਸਤਿਗੁਰੂ ਜੀ। ਤੇ ਸਾਧ ਸੰਗਤ ਜੀ, ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਤਾ ਲੱਗਣਾ, ਤਪੇ ਦੀ ਫਿਰ ਉਹ ਹਾਲਤ ਕਰਾਉਣੀ ਤੇ ਖਡੂਰ ਵਾਸੀਆਂ ਨੇ ਗਲਤੀ ਦੀ ਮਾਫੀ ਮੰਗਣੀ। ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿਣਾ, ਭਾਈ ਤੁਸੀਂ ਸਤਿਗੁਰਾਂ ਜੀ ਦਾ ਨਰਾਦਰ ਕੀਤਾ, ਚਲੋ ਸਤਿਗੁਰੂ ਹੀ ਤੁਹਾਨੂੰ ਮਾਫ ਕਰ ਸਕਦੇ। ਫਿਰ ਸਾਰੇ ਖਡੂਰ ਸਾਹਿਬ ਦੇ ਵਾਸੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਆਏ, ਚੱਲ ਕਰਕੇ ਦੋਵੇਂ ਹੱਥ ਜੋੜ ਕਰਕੇ ਮਾਫੀ ਮੰਗੀ, ਮਹਾਰਾਜ ਸਾਨੂੰ ਮਾਫ ਕਰ ਦਿਓ, ਭੁੱਲ ਹੋ ਗਈ, ਚਲੋ ਮਹਾਰਾਜ ਨਗਰ ਚੱਲੋ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਸੇ ਵੇਲੇ ਉੱਠ ਕੇ ਤੁਰ ਪਏ। ਇਹ ਵੀ ਨਹੀਂ ਕਿਹਾ ਕਿ ਤੁਸੀਂ ਸਾਨੂੰ ਪਹਿਲਾਂ ਤੋਰਿਆ ਕਿਉਂ ਸੀ। ਹਜੂਰ ਨੇ ਰੋਸ ਤੱਕ ਨਹੀਂ ਕੀਤਾ। ਸੱਚੇ ਪਾਤਸ਼ਾਹ ਇੰਨਾ ਗਰੀਬ ਨਵਾਜ ਦਾ ਹਿਰਦਾ ਨਿਮਰੀ ਭੂਤ ਰਹਿੰਦਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਦੇ ਗੁਣਾਂ ਨੂੰ ਫਿਰ ਪਰਖਿਆ। ਇਹ ਸਤਿਗੁਰਾਂ ਰੀਤੀ ਚਲਾਈ ਹੈ। ਜਦੋਂ ਵੀ ਸਤਿਗੁਰੂ ਜੀ ਗੁਰਿਆਈ ਦਿੰਦੇ ਅੱਗੇ ਪਰਖਦੇ ਆ। ਜਿਵੇਂ ਭੱਟਾਂ ਨੇ ਕਿਹਾ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਿਆਈ ਦੇਣ ਲੱਗਿਆ ਗੁਰੂ ਰਾਮਦਾਸ ਸਾਹਿਬ ਨੂੰ ਪਰਖਿਆ ਤੇ ਕਿਹਾ, ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਪਰਖ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ। ਤੇ ਜਨਮ ਸਾਖੀ ਦਾ ਜ਼ਿਕਰ ਵਾ ਕਿ 24,000 ਸਿੱਖ ਸੀ ਜਦੋਂ ਮਹਾਰਾਜ ਨੇ ਪਰਖਿਆ। ਬੜਾ ਕਾਲ ਪੈ ਗਿਆ, ਬੜੀ ਮੁਸ਼ਕਲ ਨਾਲ ਵਰਖਾ ਹੋਈ, ਅਨਾਜ ਹੋਇਆ,
ਸਤਿਗੁਰਾਂ ਜੀ ਨੇ ਕਿਹਾ ਭਾਈ, ਜਦੋਂ ਬੜੇ ਖੁਸ਼ ਹੋਏ ਸਾਰੇ ਸਿੱਖ ਵੀ ਹੁਣ ਲੰਗਰ, ਕਿਉਂਕਿ ਲੰਗਰ ਹੀ ਮਸਤਾਨਾ ਕਰਤਾ ਮਹਾਰਾਜ ਨੇ, ਆਪਣੀ ਮੌਜ ਵਰਤਾ ਦਿੱਤੀ। ਤੇ ਜਦੋਂ ਭੁੱਖ ਨਾਲ ਕਈ ਤੰਗ ਆਏ, ਸਾਡੇ ਵਰਗੇ ਦੌੜਨ ਲੱਗੇ ਕਿ ਇੱਥੇ ਹੁਣ ਕੀ ਕਰੀਏ, ਲੰਗਰ ਨਹੀਂ ਛਕਣ ਨੂੰ ਮਿਲਦਾ। ਜਦੋਂ ਫਿਰ ਮੀਂਹ ਪਿਆ, ਚੰਗਾ ਅਨਾਜ ਹੋਇਆ, ਸਿੱਖ ਖੁਸ਼ ਹੋਏ ਕਿ ਹੁਣ ਦੋਵੇਂ ਵਕਤ ਲੰਗਰ ਚੱਲਿਆ ਕਰੇਗਾ। ਹਜੂਰ ਨੇ ਕਿਹਾ ਕਿ ਭਾਈ ਬੋਲ ਇਕੱਠਾ ਕਰਕੇ ਤੇ ਅੱਗ ਲਾ ਦਿਓ। ਸਿੱਖ ਕਹਿੰਦੇ ਮਹਾਰਾਜ ਸਾਥੋਂ ਤਾਂ ਨਹੀਂ ਲੱਗਦੀ। ਮਹਾਰਾਜ ਕਹਿੰਦੇ ਭਾਈ ਬਚਨ ਮੰਨੋ। ਜਿਨ ਜਿਨ ਬਚਨ ਮੰਨਿਆ ਆਖਿਆ ਗੁਰੂਦੇਵ ਦਾ ਹੁਕਮ ਹੈ। ਕਈ ਉਦੋਂ ਰੁੱਸ ਕੇ ਚਲੇ ਗਏ ਕਿ ਵੇਖੋ ਮਸਾਂ ਅਨਾਜ ਹੋਇਆ ਤੇ ਫਿਰ ਮਹਾਰਾਜ ਅੱਗ ਲਵਾਉਂਦੇ ਆ। ਫਿਰ ਬਹੁਤ ਸਤਿਗੁਰਾਂ ਜੀ ਨੇ ਪਰਖ ਕੀਤੀ, ਪਿੱਛੇ ਆਵੇ ਕੋਈ, ਮਹਾਰਾਜ ਸੋਨੇ ਹੀਰੇ ਜਵਾਹਰਾਤ ਵਿਖਾਏ, ਇੱਥੋਂ ਤੱਕ ਕਿ ਸਤਿਗੁਰਾਂ ਜੀ ਨੇ ਸਲੋਤਰ ਵੀ ਮਾਰੇ। ਪਰ ਇਹ ਇਤਿਹਾਸ ਵਿੱਚ ਅੰਕਿਤ ਬਚਨ ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ ਸੁਣਾਏ ਗਏ, ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦੂਸਰਾ ਯੁੱਧ ਫਤਿਹ ਕੀਤਾ ਸੀ। ਮਹਾਰਾਜ ਨੇ ਪੁੱਛਿਆ ਸੀ ਬਾਬਾ ਬੁੱਢਾ ਸਾਹਿਬ ਸਾਨੂੰ ਗੁਰੂਦੇਵ ਦਾ ਬਚਨ ਸੁਣਾਓ। ਉਦੋਂ ਇਹ ਬਚਨ ਸਾਂਝੇ ਕੀਤੇ ਕਿ ਮਹਾਰਾਜ ਜਦੋਂ ਜੰਗਲ ਵਿੱਚ ਮੁਰਦੇ ਖਾਣ ਤੱਕ ਸਤਿਗੁਰਾਂ ਜੀ ਨੇ ਆਗਿਆ ਕਰ ਦਿੱਤੀ, ਹਜੂਰ ਦਾ ਤੇਜ ਪ੍ਰਤਾਪ ਝੱਲਿਆ ਨਹੀਂ ਗਿਆ, ਫਿਰ ਗੁਰੂ ਅੰਗਦ ਸਾਹਿਬ ਵੀ ਕੇਵਲ ਸਾਹਮਣੇ ਨਿਤਰੇ ਸੀ। ਹਜੂਰ ਦੀ ਉਹ ਖੇਡ ਸੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਫਿਰ ਇਹ ਕੌਤਕ ਵਰਤਾ ਕੇ ਕਿਹਾ, ਭਾਈ ਪੁਰਖਾ ਬਾਕੀ ਓਹਲੇ ਹੋ ਗਏ ਸੀ, ਤੂੰ ਕਿਉਂ ਨਹੀਂ ਓਹਲੇ ਹੋਇਆ? ਮਹਾਰਾਜ ਨੇ ਕਿਹਾ, ਮਹਾਰਾਜ ਮੇਰਾ ਤਾਂ ਓਹਲਾ ਵੀ ਤੁਸੀਂ ਹੋ, ਮੈਂ ਕਿਹਦੇ ਓਹਲੇ ਹੋ ਜਾਂਦਾ। ਹਜੂਰ ਦੇ ਵਾਕ ਨੇ ਕਿਸਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਮਹਾਰਾਜ ਕਿਸੇ ਨੂੰ ਕੋਈ ਆਸਰਾ, ਕਿਸੇ ਨੂੰ ਕੋਈ ਆਸਰਾ, ਸਾਡਾ ਤੇ ਨਿਮਾਣਿਆਂ ਦਾ ਮਹਾਰਾਜ ਕੇਵਲ ਤੁਸੀਂ ਆਸਰਾ ਹੋ ਗੁਰੂਦੇਵ। ਸਤਿਗੁਰਾਂ ਜੀ ਨੇ ਫਿਰ ਕਸਵੱਟੀ ਤੇ ਪਰਖ ਕੇ ਮਹਾਰਾਜ ਨੇ ਗੁਰਿਆਈ ਦੀ ਦਾਤ ਦਿੱਤੀ। ਜਦੋਂ ਸਤਿਗੁਰਾਂ ਗੁਰਤਾ ਗੱਦੀ ਅਰਪਣ ਕੀਤੀ ਹੈ, ਹਜੂਰ ਦੇ ਚਰਨਾਂ ਤੇ ਮਹਾਰਾਜ ਦਾ ਮਸਤਕ ਲੱਗਿਆ। ਸਾਧ ਸੰਗਤ ਜੀ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਸਾਰੀਆਂ ਸ਼ਕਤੀਆਂ ਬ੍ਰਹਮੰਡ ਦੀਆਂ ਹੱਥ ਜੋੜ ਕੇ ਸਾਹਮਣੇ ਸੀਸ ਝੁਕਾਈ ਹੋਈ ਖਲੋਤੀਆਂ ਵੇਖੀਆਂ। ਆਖਿਆ ਮਹਾਰਾਜ ਅਸੀਂ ਇਹਨਾਂ ਤੋਂ ਕੀ ਕਰਾਉਣਾ ਹੈ? ਹਜੂਰ ਨੇ ਆਖਿਆ ਕਿ ਭਾਈ ਪੁਰਖੇ ਗੁਰਤਾ ਦੀਆਂ ਦਾਸੀਆਂ ਨੇ, ਤੁਹਾਡੀ ਮਰਜ਼ੀ ਹੈ, ਇਹਨਾਂ ਨੂੰ ਵਰਤਿਓ ਚਾਹੇ ਨਾ ਵਰਤਿਓ, ਪਰ ਤੁਹਾਡੀ ਸੇਵਾ ਵਿੱਚ ਸਦਾ ਹਾਜ਼ਰ ਰਹਿਣਗੀਆਂ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜੀਵਨ। ਹਜੂਰ ਨੇ ਅਜਰ ਸ਼ਕਤੀ ਨੂੰ ਇਹੋ ਜਿਹਾ ਆਪਣੇ ਅੰਦਰ ਜਰਿਆ, ਥੋੜਾ ਮਾਤਰ ਵੀ ਕਦੇ ਸ਼ਕਤੀ ਨਾ ਵਰਤਾਈ, ਪਰ ਮਹਾਰਾਜ ਦੇ ਨੇਤਰਾਂ ਚੋਂ ਹੀ ਸ਼ਕਤੀ ਵਰੀ ਜਾਂਦੀ ਸੀ। ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਾਲਕ ਖੰਨ ਉਤਾਰ। ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਦੋਂ ਵੇਖਦੇ ਸੀ ਨਾ ਹਜੂਰ, ਕਈ ਦਿਨ ਸਮਾਧੀ ਲੱਗ ਜਾਂਦੀ ਸੀ ਗੁਰੂ ਨਾਨਕ ਸਾਹਿਬ ਦਾ ਜੀਵਨ ਇਤਿਹਾਸ ਸੁਣਦਿਆਂ ਹੋਇਆਂ। ਤੇ ਜਦੋਂ ਸਤਿਗੁਰੂ ਜੀ ਸਮਾਧ ਖੋਲਦੇ, ਇਤਿਹਾਸ ਕਹਿੰਦਾ ਹੈ ਕਿ ਗੁਰੂਦੇਵ ਦੇ ਦੁਆਰੇ ਤੇ ਕੋੜੀ ਆ ਕਰਕੇ ਬੈਠ ਜਾਂਦੇ। ਬੜੇ ਬੜੇ ਭਿਆਨਕ ਰੋਗਾਂ ਨਾਲ ਗਰਸੇ ਹੋਏ ਲੋਕ ਆ ਕਰਕੇ ਬੈਠਦੇ ਕਿ ਗੁਰੂਦੇਵ ਨੇ ਇੱਧਰ ਦੀ ਲੰਘਣਾ ਤੇ ਸਾਡੇ ਤੇ ਨਿਗਾਹ ਪਵੇਗੀ। ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਇੱਕ ਦੇਖਣ ਮਾਤਰ ਸੇ ਕੋੜੀਆਂ ਦੇ ਕੋਟ ਟੁੱਟ ਜਾਂਦੇ। ਲੋਕ ਮੰਜਿਆਂ ਤੇ ਪੈ ਕੇ ਆਉਂਦੇ ਤੇ ਪੈਰਾਂ ਨਾਲ ਚੱਲ ਕਰਕੇ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹੋ ਜੀ ਪਵਿੱਤਰ ਦ੍ਰਿਸ਼ਟੀ, ਅੰਮਿਆਂ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਸਾਰੇ ਪਾਪਾਂ ਨੂੰ, ਸਾਰੀਆਂ ਮੈਲਾਂ ਨੂੰ ਸਤਿਗੁਰੂ ਜੀ ਦੇ ਦਰਸ਼ਨ ਵੇਖ ਕੇ ਹੀ ਜੀਵਾਂ ਦੇ ਹਿਰਦੇ ਸਾਫ਼ ਹੋ ਜਾਂਦੇ, ਅੰਦਰੋਂ ਮੈਲਾਂ ਤੇ ਪਾਪ ਨਾਸ਼ ਹੋ ਜਾਂਦੇ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਤੇ ਬੈਠ ਕਰਕੇ ਬਹੁਤ ਉੱਤਮ ਢੰਗ ਨਾਲ ਸਤਿਗੁਰੂ ਜੀ ਦੀ ਸਿੱਖੀ ਦਾ ਪ੍ਰਚਾਰ ਕੀਤਾ। ਜਿਵੇਂ ਚੱਕਰਵਰਤੀ ਬਾਦਸ਼ਾਹ ਆਪਣੇ ਰਾਜ ਦੀ ਦੁਹਾਈ ਫੇਰ ਕਰਕੇ ਫਿਰ ਇੱਕ ਥਾਂ ਤੇ ਰਾਜ ਤਖਤ ਤੇ ਸਜਦਾ ਹੈ, ਮਹਾਰਾਜ ਨਵਾਂ ਖੰਡਵਾਂ ਦੀ ਪ੍ਰਿਥਵੀ ਨੂੰ ਤਾਰ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਫਿਰ ਖਡੂਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਖਤ ਤੇ ਸਜ ਕਰਕੇ ਜੀਆਂ ਦੀ ਕਲਿਆਣ ਕੀਤੀ। ਗੁਰੂਦੇਵ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ। ਦਿਲ ਤਾਂ ਕਰਦਾ ਕਿ ਮਹਾਰਾਜ ਦਾ ਜੀਵਨ ਸੁਣਾਈ ਜਾਵਾਂ, ਪਰ ਸਮਾਂ ਨਹੀਂ ਆਗਿਆ ਦਿੰਦਾ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਨ ਕੋਸ਼ ਦੇ ਮੁਤਾਬਕ ਮਹਾਰਾਜ 47 ਸਾਲ
ਤੇ ਸਾਧ ਸੰਗਤ ਜੀ 11 ਮਹੀਨੇ ਤੇ 29 ਦਿਨ ਦੀ ਸਤਿਗੁਰੂ ਕੇਵਲ ਸਰੀਰਕ ਆਜੂ ਭੋਗੀ ਹੈ ਗਰੀਬ ਨਵਾਜ ਜੀ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਵਿਖੇ ਭਾਈ ਦਾਸੂ ਜੀ, ਭਾਈ ਦਾਤੂ ਜੀ, ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਔਲਾਦ ਮਹਾਰਾਜ ਜੀ ਦੇ ਸੁਪੁੱਤਰ ਹੋਏ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਸਾਨੂੰ ਗੁਰੂ ਦੇਵ ਦੀ ਆਗਿਆ ਵਿੱਚ ਚੱਲਣ ਦੀ ਸਿੱਖਿਆ ਸਿਖਾਈ ਅਤੇ ਇਹ ਆਪਣੇ ਸ਼੍ਰੀ ਮੁਖ ਤੋਂ ਬਚਨ ਕਹੇ ਕਿ ਜੇ ਗੁਰੂ ਦੇਵ ਚਾਹਣ ਤਾਂ ਫਿਰ ਸਭ ਕੁਝ ਹੀ ਸੰਭਵ ਹੈ। ਇਸ ਕਰਕੇ ਸਿੱਖ ਨੂੰ ਸਦਾ ਗੁਰੂ ਦੇਵ ਦੇ ਪਰਾਇਣ ਰਹਿਣਾ ਚਾਹੀਦਾ। ਮਹਾਰਾਜ ਜੀ ਜੋ ਸ਼੍ਰੀ ਮੁਖ ਵਾਕ ਦੁਆਰਾ ਸਾਨੂੰ ਬਖਸ਼ਿਸ਼ ਕਰਦੇ ਹੈ, ਆਓ ਸਤਿਗੁਰੂ ਜੀ ਦਾ ਪਵਿੱਤਰ ਉਪਦੇਸ਼ ਸਰਵਣ ਕਰੀਏ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀ ਆਪ ਸੰਗਤਾਂ ਨੂੰ ਸਵਾਸ ਸਵਾਸ ਵਧਾਈ ਹੋਵੇ। ਆਓ ਪਿਆਰ ਨਾਲ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਰਾਗ ਤਨਾਸਰੀ ਵਿੱਚ ਮਹਾਰਾਜ ਸਿੱਖਿਆ ਬਖਸ਼ਿਸ਼ ਕਰਦੇ ਨੇ। ਕਲ ਯੁਗ ਕਾ ਧਰਮ ਕਹੋ ਤੁਮ ਭਾਈ। ਸੱਚੇ ਪਾਤਸ਼ਾਹ ਜੀ ਦੇ ਤਾਇਆ ਜੀ ਦੇ ਸੁਪੁੱਤਰ ਬਾਬਾ ਸਹਾਰੀ ਮੱਲ ਜੀ ਇਹ ਲਾਹੌਰੋਂ ਆਏ ਮਹਾਰਾਜ ਜੀ ਦਾ ਦਰਸ਼ਨ ਕਰਨ। ਇਸ ਤੋਂ ਪਿਛਲਾ ਸ਼ਬਦ ਸਤਿਗੁਰਾਂ ਨੇ ਵਾਹਿਗੁਰੂ ਜੀ ਦੀ ਪ੍ਰੀਤ ਦੇ ਪਰਥਾਏ ਉਚਾਰਨ ਕੀਤਾ ਹੈ। ਗਰੀਬ ਨਵਾਜ ਸਤਿਗੁਰੂ ਜੀ ਨੂੰ ਮਹਾਰਾਜ ਜੀ ਦੇ ਤਾਇਆ ਜੀ ਦੇ ਸੁਪੁੱਤਰ ਬਾਬਾ ਸਹਾਰੀ ਮੱਲ ਜੀ ਨੇ ਪ੍ਰਸ਼ਨ ਕੀਤਾ ਹੈ। ਹਜੂਰ ਸ਼ਬਦ ਵਿੱਚ ਉੱਤਰ ਵੀ ਦਿੰਦੇ ਹੈ। ਜੋ ਸਾਧ ਸੰਗਤ ਜੀ ਸਾਡੇ ਮਨਾਂ ਦੇ ਅੰਦਰ ਵੀ ਇਹ ਪ੍ਰਸ਼ਨ ਉਤਪੰਨ ਹੁੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਹੈ, ਬਾਬਾ ਸਹਾਰੀ ਮੱਲ ਜੀ ਕਲਯੁਗ ਕਾ ਧਰਮ ਕਹੋ ਤੁਮ ਭਾਈ। हे ਭਰਾਤਾ ਸਰੂਪ ਗੁਰੂ ਰਾਮਦਾਸ ਸੱਚੇ ਪਾਤਸ਼ਾਹ, हे ਭਾਈ ਭਾਵਨਾ ਸ਼ਰਧਾ ਦੇ ਵਿੱਚ ਪੂਰੇ ਹੋਏ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਲਯੁਗ ਦਾ ਧਰਮ ਦੱਸੋ ਕੀ ਹੈ। ਮਹਾਰਾਜ ਸਤਯੁਗ ਦੇ ਵਿੱਚ ਤਾਂ ਲੋਕ ਜਿਹੜਾ ਸੀ ਸੱਤ ਕਮਾਉਂਦੇ ਸੀ ਤੇ ਤ੍ਰੇਤੇ ਦੇ ਅੰਦਰ ਲੋਕ ਯੱਗ ਕਰਦੇ ਸੀ, ਦੁਆਪਰ ਵਿੱਚ ਪੂਜਾ ਕਰਦੇ ਸੀ। ਕਲਯੁਗ ਦਾ ਧਰਮ ਕੀ ਹੈ। ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਹੈ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ, ਹਜੂਰ ਆਪ ਕਿਰਪਾ ਕਰਕੇ ਦੱਸੋ ਕਿ ਕਲਯੁਗ ਵਿੱਚ ਕੀ ਧਰਮ ਫਲਦਾ ਹੈ, ਕੀ ਤਪ ਫਲਦਾ ਹੈ, ਸਤ ਫਲਦਾ ਹੈ, ਜਾਂ ਪੂਜਾ ਫਲਦੀ ਹੈ, ਜਾਂ ਖੱਟ ਕਰਮ ਕਰਨੇ ਜਿਹੜੇ ਹੈ, ਜਾਂ ਤੀਰਥਾਂ ਤੇ ਨਹਾਉਣਾ ਜਿਹੜਾ ਹੈ, ਇਹ ਮਹਾਰਾਜ ਕਿਹੜਾ ਕਰਮ ਫਲਦਾ। ਕਲਯੁਗ ਦਾ ਧਰਮ ਕੀ ਆਪ ਕਿਰਪਾ ਕਰਕੇ ਦੱਸੋ। ਕਿਵ ਛੂਟਹਿ ਹਮ ਛੁਟਕਾ ਕੀ। ਕਲਯੁਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਔਗਣਾ ਦਾ ਜ਼ੋਰ ਬਹੁਤ ਹੈ। ਕਿਵ ਛੂਟ ਹੈ, ਕਿਵੇਂ ਛੁੱਟੀਏ। ਮਹਾਰਾਜ ਇਹ ਜਿੰਨੇ ਵਕਾਰ ਨੇ ਵਿਸ਼ੇ ਨੇ ਮਹਾਰਾਜ ਇਹਨਾਂ ਤੋਂ ਕਿਵੇਂ ਛੁੱਟੀਏ। ਕਿਵੇਂ ਛੂਟ ਹੈ ਹਮ ਛੁਟਕਾ ਕੀ। ਮਹਾਰਾਜ ਸਾਡੇ ਅੰਦਰ ਛੁੱਟਣ ਦੀ ਕਾਂਖੀ ਇੱਛਾ ਬਹੁਤ ਜ਼ਿਆਦਾ ਹੈ। ਦਿਲ ਕਰਦਾ ਹੈ ਕਿ ਮਹਾਰਾਜ ਇਹਨਾਂ ਜੰਜਾਲਾਂ ਤੋਂ ਛੁੱਟ ਜਾਈਏ, ਮੋਕਸ਼ ਪ੍ਰਾਪਤ ਹੋਵੇ, ਆਪ ਦੇ ਚਰਨਾਂ ਦਾ ਪਿਆਰ ਲੱਗ ਜਾਵੇ। ਮਹਾਰਾਜ ਕਿਵੇਂ ਛੁੱਟਿਆ ਜਾਵੇ ਕਲਯੁਗ ਦੇ ਅੰਦਰ ਔਗਣਾਂ ਤੋਂ, ਪਾਪਾਂ ਤੋਂ। ਸਾਡੇ ਅੰਦਰ ਮਹਾਰਾਜ ਛੁੱਟਣ ਦੀ ਇੱਛਾ ਬਾਹਲੀ ਜਾਗੀ ਹੈ। ਹਰ ਹਰ ਜਪ ਬੇੜੀ ਹਰ ਤੁਲਹਾ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉੱਤਰ ਦਿੰਦੇ ਹੈ। ਹਜੂਰ ਕਹਿੰਦੇ ਹੈ ਜਿਹੜਾ ਬਾਣੀ ਕਰਕੇ ਵਾਹਿਗੁਰੂ 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 ਇਉਂ ਜਪਣਾ ਹੈ ਨਾ, ਇਹ ਮਹਾਰਾਜ ਕਹਿੰਦੇ ਆਸਾਂ ਰੂਪੀ ਨਦੀ ਤੋਂ ਤਰਨ ਵਾਸਤੇ ਬੇੜੀ ਹੈ। ਜਿਹੜਾ ਅੰਦਰ ਆਸਾਂ ਦਾ ਦਰਿਆ ਚੱਲ ਰਿਹਾ ਨਾ, ਮੁੱਕਦਾ ਹੀ ਨਹੀਂ। ਇਸ ਦਰਿਆ ਤੋਂ ਪਾਰ ਹੋਣ ਲਈ ਜਿਹੜਾ ਸਭ ਨੂੰ ਹਰਿਆ ਕਰ ਦਿੰਦਾ ਪਰਮੇਸ਼ਰ, ਸਭ ਦੇ ਦੁੱਖਾਂ ਨੂੰ ਹਰ ਲੈਂਦਾ ਪਰਮੇਸ਼ਰ, ਮਹਾਰਾਜ ਕਹਿੰਦੇ ਉਸ ਦਾ ਨਾਮ ਬਾਣੀ ਨਾਲ ਜਪਣੇ ਕਰਕੇ, ਭਾਵ ਰਸਨਾ ਤੋਂ ਜਪਣੇ ਕਰਕੇ ਇਹ ਬੇੜੀ ਪ੍ਰਾਪਤ ਹੋ ਜਾਂਦੀ ਹੈ। ਵਾਹਿਗੁਰੂ ਵਾਹਿਗੁਰੂ ਕਰਨਾ
ਇਹ ਬੇੜਾ ਹੈ ਸਾਧ ਸੰਗਤ ਜੀ, ਤੇ ਆਸਾ ਰੂਪੀ ਨਦੀ ਤੋਂ ਮਹਾਰਾਜ ਕਹਿੰਦੇ ਭਾਈ ਪਾਰ ਹੋ ਜਾਈਦਾ ਏ। ਹਰ ਜਪਿਓ ਤਰੈ ਤਰਾਕੀ। ਫਿਰ ਸਾਧ ਸੰਗਤ ਜੀ ਜਿਹੜਾ ਸਵਾਸਾਂ ਵਿੱਚ ਵਸਣਾ ਨਾ ਤੇ ਕਰਮ ਸਰੀਰ ਕਰਕੇ ਕਰਮ ਕਰਨੇ ਸੇਵਾ ਦੇ, ਇਹ ਤੁਲਹਾ ਹੈ। ਤੁਲਹਾ ਸ਼ਬਦ ਆਇਆ ਨਾ, ਹਰ ਹਰ ਜਪ ਬੇੜੀ ਹਰ ਤੁਲਹਾ। ਹਰੀ ਦਾ ਨਾਮ ਤੁਲਹਾ ਹੈ, ਵਾਹਿਗੁਰੂ ਦਾ ਨਾਮ ਤੁਲਹਾ ਉਹਨੂੰ ਕਹਿੰਦੇ ਐ। ਲੱਕੜਾਂ ਦਾ ਭਾਰ ਤੇ ਉਹਨੂੰ ਰੱਸਿਆਂ ਨਾਲ ਬੰਨਿਆ ਹੋਵੇ ਤੇ ਇੱਕ ਆਦਮੀ ਦਾ ਭਾਰ ਉਠਾ ਲਵੇ, ਉਹਨੂੰ ਤੁਲਹਾ ਕਿਹਾ ਜਾਂਦਾ ਹੈ। ਦਰਿਆਵਾਂ ਦੇ ਕੰਢਿਆਂ ਤੇ ਨਦੀਆਂ ਦੇ ਕੰਢਿਆਂ ਤੇ ਪਹਿਲਾਂ ਤੁਲਹਿਆਂ ਦੇ ਨਾਲ ਵੀ ਲੋਕ ਪਾਰ ਹੋਇਆ ਕਰਦੇ ਸੀ। ਸਤਿਗੁਰੂ ਜੀ ਕਹਿੰਦੇ ਜਿਹੜਾ ਕਰਮ ਕਰਨਾ ਹੈ ਨਾ ਨਾਮ ਵਾਲਾ, ਕਿਸੇ ਦੇ ਉੱਤੇ ਉਪਕਾਰ ਕਰਨਾ, ਮਿੱਠਾ ਬੋਲਣਾ, ਕਿਸੇ ਦਾ ਭਲਾ ਕਰਨਾ, ਮਹਾਰਾਜ ਕਹਿੰਦੇ ਇਹ ਤੁਲਹਾ ਹੈ ਰਾਗ ਦਵੈਖ ਰੂਪੀ ਨਾਲਿਆਂ ਤੋਂ ਪਾਰ ਹੋਣ ਵਾਸਤੇ। ਤੇ ਫਿਰ ਸਤਿਗੁਰੂ ਜੀ ਕਹਿੰਦੇ ਹਰ ਜਪਿਓ ਤਰੈ ਤਰਾਕੀ। ਜਿਨੇ ਮਨ ਕਰਕੇ ਜਪ ਲਿਆ ਨਾ, ਸਤਿਗੁਰੂ ਜੀ ਕਹਿੰਦੇ ਉਹ ਆਪ ਤਰ ਗਿਆ, ਤੇ ਜਿਹਨੇ ਉਹਦੀ ਫਿਰ ਸੰਗਤ ਕਰ ਲਈ ਉਹਨੇ ਉਹਨੂੰ ਵੀ ਤਰਾਕੀ ਤਾਰ ਦਿੱਤਾ ਨਾਲ। ਉਹ ਕਿਵੇਂ ਜਪ ਜਪ ਕੇ ਤਰਿਆ, ਮਹਾਰਾਜ ਕਹਿੰਦੇ ਭਾਈ ਉਹਨੇ ਭਗਤੀ ਰੂਪੀ ਤਰਾਕੀ ਤਾਰੀ ਮਾਰੀ ਹੈ। ਕਿਉਂਕਿ ਮਲਾਹ ਜਿਵੇਂ ਤਰਨਾ ਵੀ ਜਾਣਦੇ ਹੁੰਦੇ ਆ, ਉਹ ਫਿਰ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਸ਼ਬਦ ਦੀ ਬਰਕਤ ਨਾਲ ਆਪ ਤਰਦੇ ਆ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਉਹਨਾਂ ਦੀ ਸੰਗਤ ਕਰਦੇ ਆ ਉਹਨਾਂ ਨੂੰ ਵੀ ਉਹ ਤਰਾਕੀ ਤਾਰ ਦਿੰਦੇ ਆ। ਹਰ ਜੀ ਲਾਜ ਰੱਖੋ ਹਰ ਜਨ ਕੀ। ਸਤਿਗੁਰੂ ਜੀ ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ ਕਹਿੰਦੇ ਆ, ਇਹ ਵਾਹਿਗੁਰੂ ਸਾਨੂੰ ਆਪਣੇ ਜਨ ਸੇਵਕ ਜਾਣ ਕਰਕੇ ਮਹਾਰਾਜ ਸਾਡੀ ਲਾਜ ਰੱਖ ਲਓ। ਵਾਹਿਗੁਰੂ ਜੀ ਮਹਾਰਾਜ ਕਿਰਪਾ ਕਰਕੇ ਇਸ ਕਲਯੁਗ ਦੇ ਅੰਦਰ ਸਾਡੀ ਪੱਤ ਢੱਕ ਲਵੋ। ਹਰ ਹਰ ਜਪਨ ਜਪਾਵੋ ਆਪਣਾ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬੇਨਤੀ ਕਰਨ ਦੀ ਜਾਚ ਦੱਸਦੇ ਆ ਵਾਹਿਗੁਰੂ ਜੀ ਦੇ ਅੱਗੇ। ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰੀਏ, ਹੈ ਵਾਹਿਗੁਰੂ ਜੀ ਹਰ ਹਰ ਜਪਨ ਜਪਾਵੋ ਆਪਣਾ। ਮਹਾਰਾਜ ਆਪਣੇ ਨਾਮ ਦਾ ਜਿਹੜਾ ਜਾਪ ਹੈ ਨਾ, ਉਹ ਸਤਿਗੁਰੂ ਜੀ ਸਾਡੇ ਕੋਲੋਂ ਜਪਾਉਣਾ ਕਰੋ। ਕਿਉਂਕਿ ਅਸੀਂ ਅਲਪੱਗ ਹਾਂ, ਤੁੱਛ ਜੀਵ ਹਾਂ। ਮਹਾਰਾਜ ਪਤੰਤਰ ਹਾਂ, ਸੁਤੰਤਰ ਨਹੀਂ। ਆਪ ਕਿਰਪਾ ਕਰਕੇ ਮਹਾਰਾਜ ਸਾਡੇ ਕੋਲੋਂ ਵਾਹਿਗੁਰੂ ਵਾਹਿਗੁਰੂ ਨਾਮ ਸਤਿਗੁਰੂ ਜੀ ਕਿਰਪਾ ਕਰਕੇ ਇਹ ਵਾਹਿਗੁਰੂ ਜੀ ਜਪਾਉਣਾ ਕਰੋ। ਹਮ ਮੰਗੀ ਭਗਤ ਏਕਾਕੀ। ਜੇ ਸਤਿਗੁਰੂ ਜੀ ਪੁੱਛਣ ਸਿੱਖਾ ਤੈਨੂੰ ਕੀ ਕੀ ਚਾਹੀਦਾ ਹੈ, ਮਹਾਰਾਜ ਕਹਿੰਦੇ ਉਦੋਂ ਹੱਥ ਜੋੜ ਕੇ ਇਹੀ ਕਹਿਣਾ, ਮਹਾਰਾਜ ਅਸੀਂ ਤਾਂ ਕੇਵਲ ਆਪ ਜੀ ਦੀ ਭਗਤੀ ਦੀ ਦਾਤ ਮੰਗੀ ਹੈ। ਕਿਉਂਕਿ ਨਾਮ ਵਜੂਦ ਹੈ, ਬਾਕੀ ਸਾਰੇ ਪਦਾਰਥ ਮਾਇਆ ਪਰਛਾਈ ਹੈ। ਜਿਹਨੂੰ ਨਾਮ ਦਾ ਪਦਾਰਥ ਪ੍ਰਾਪਤ ਹੁੰਦਾ ਹੈ ਉਹਨੂੰ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ, ਮਹਾਰਾਜ ਦੇ ਅੱਗੇ ਬੇਨਤੀ ਕਰੋ, ਹਮ ਮੰਗੀ ਭਗਤ ਇਕਾਂਕੀ। ਮਹਾਰਾਜ ਇਕਾਂਕੀ ਇਕੱਲੀ ਇੱਕੋ ਇੱਕ ਆਪ ਦੀ ਭਗਤੀ ਮੰਗੀ ਹੈ। ਸਾਨੂੰ ਆਪ ਦੀ ਭਗਤੀ ਬਖਸ਼ੋ, ਆਪ ਦੇ ਚਰਨਾਂ ਦਾ ਪਿਆਰ ਬਖਸ਼ੋ। ਹਮ ਮੰਗੀ ਭਗਤ ਇਕਾਂਕੀ। ਮਹਾਰਾਜ ਅਸੀਂ ਇਕਾਂਤ ਵਿੱਚ ਆਪ ਦੀ ਭਗਤੀ ਕਰਨ ਦੀ ਦਾਤ ਮੰਗੀ ਹੈ। ਕਿਉਂਕਿ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਜਾਂਦਾ ਹੈ ਨਾ, ਹਰ ਸਿਮਰਨ ਬਹੁ ਮਾਹੇ ਅਕੇਲਾ। ਭਾਵੇਂ ਉਹ ਬਹੁਤਿਆਂ ਵਿੱਚ ਵੀ ਹੋਵੇ ਤਾਂ ਵੀ ਉਹਨੂੰ ਪਤਾ ਹੁੰਦਾ ਕਿ ਮੈਂ ਆਇਆ ਵੀ ਇਕੱਲਾ ਤੇ ਜਾਣਾ ਵੀ ਇਕੱਲਾ। ਇਸ ਕਰਕੇ ਉਹ ਇਕਾਂਤ ਰਹਿੰਦਾ। ਬਹੁਤੀ ਭੀੜ ਵਿੱਚ ਵੀ ਉਹ ਇਕਾਂਤ ਰਹਿੰਦਾ। ਇਹ ਇਕਾਂਤ ਰਹਿਣ ਦਾ ਇੱਕ ਸਤਿਗੁਰਾਂ ਜੀ ਨੇ ਸਾਨੂੰ ਗੁਣ ਬਖਸ਼ਿਸ਼ ਕੀਤਾ ਹੈ ਕਿ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਜਾਣਨਾ। ਕੋਈ ਵੀ ਕਿਸੇ ਦੇ ਨਾਲ ਨਹੀਂ ਨਿਭਿਆ। ਜੇ ਕੋਈ ਕਹਿੰਦਾ ਮੈਂ ਤੇਰੇ ਨਾਲ ਹਮ ਤੁਮ ਸੰਗ ਝੂਠੇ ਸਭ ਬੋਲਾ, ਮਹਾਰਾਜ ਕਹਿੰਦੇ ਬੋਲ ਝੂਠ ਨੇ। ਕੋਈ ਕਿਸੇ ਦੇ ਨਾਲ ਨਹੀਂ ਨਿਭਦਾ। ਇਕਾਂਤ ਵਾਹਿਗੁਰੂ ਜੀ ਦੀ ਭਗਤੀ ਜਿਹੜੀ ਹੈ ਇਹਦੀ ਦਾਤ ਮੰਗਣਾ ਕਰੋ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਹਰ ਕੇ ਸੇਵਕ ਸੇ ਹਰ ਪਿਆਰੇ। ਬਾਬਾ ਸਹਾਰੀ ਮਲ ਜੀ ਕਹਿੰਦੇ ਮਹਾਰਾਜ ਵਾਹਿਗੁਰੂ ਨੂੰ ਪਿਆਰੇ ਕੌਣ ਲੱਗਦੇ ਆ?
ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜਿਹੜੇ ਮੇਰੇ ਵਾਹਿਗੁਰੂ ਦੇ ਟਹਿਲੂਏ ਬਣ ਜਾਂਦੇ, ਜਿਹੜੇ ਪਰਮੇਸ਼ਰ ਦੇ ਨਾਮ ਦੀ ਟਹਿਲ ਕਰਦੇ ਆ, ਸੇਵਾ ਕਰਦੇ ਆ, ਨਾਮ ਜਪਦੇ ਆ, ਉਹ ਵਾਹਿਗੁਰੂ ਨੂੰ ਪਿਆਰੇ ਲੱਗਦੇ ਆ। ਜਿਨ ਜਪਿਓ ਹਰ ਬਚਨਾ ਕੀ, ਜਿਨ੍ਹਾਂ ਨੇ ਜਪਿਆ ਹੈ ਵਾਹਿਗੁਰੂ ਵਾਹਿਗੁਰੂ ਨਾਮ ਗੁਰੂ ਸਾਹਿਬ ਦੇ ਬਚਨਾਂ ਕੀ ਬਚਨਾਂ ਦੇ ਨਾਲ, ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾ ਲਿਆ ਹੈ ਕਿ ਸਤਿਗੁਰੂ ਜੀ ਦੀ ਸਿੱਖਿਆ ਕਿ ਸਿੱਖਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰ, ਨਹੀਂ ਵੀ ਮਨ ਲੱਗਦਾ ਤੇ ਜਿਨ੍ਹਾਂ ਨੇ ਬਚਨ ਮੰਨ ਕੇ ਜਪਿਆ, ਮਹਾਰਾਜ ਕਹਿੰਦੇ ਮੇਰਾ ਵਾਹਿਗੁਰੂ ਫਿਰ ਉਹਨਾਂ ਨੂੰ ਪਿਆਰ ਕਰਦਾ ਏ। ਲੇਖਾ ਚਿੱਤਰ ਗੁਪਤ ਜੋ ਲਿਖਿਆ, ਮਹਾਰਾਜ ਜਿਹੜਾ ਲੇਖੇ ਦਾ ਹਿਸਾਬ ਕਿਤਾਬ ਹੈ, ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਚਿੱਤਰ ਗੁਪਤ ਨੇ ਲੇਖਾ ਲਿਖਿਆ ਹੋਇਆ, ਜਿਹੜਾ ਸਾਧ ਸੰਗਤ ਜੀ ਉਵੇਂ ਕਹਿੰਦੇ ਕਿ ਸਾਡੇ ਅੰਦਰ ਜਿਹੜਾ ਗੁਪਤ ਹੈ ਚਿੱਤਰ, ਜਿਹਨੂੰ ਕੋਈ ਨਹੀਂ ਜਾਣਦਾ, ਪਤਨੀ ਨੂੰ ਨਹੀਂ ਪਤਾ ਕਿ ਪਤੀ ਦੇ ਅੰਦਰ ਕੀ ਚੱਲ ਰਿਹਾ, ਤੇ ਪਤੀ ਨੂੰ ਨਹੀਂ ਪਤਾ ਪਤਨੀ ਦੇ ਅੰਦਰ ਕੀ ਚੱਲ ਰਿਹਾ ਹੈ, ਉਹਦਾ ਚਿੱਤਰ ਅੰਦਰ ਸ਼ਕਲ ਗੁਪਤ ਹੈ। ਪਰ ਇੱਥੇ ਸਤਿਗੁਰੂ ਜੀ ਇਹ ਵੀ ਸਿੱਖਿਆ ਦਿੰਦੇ ਆ ਕਿ ਭਾਈ ਇਹ ਚਿੱਤਰ ਗੁਪਤ ਕਰਮਾਂ ਦਾ ਲੇਖਾ ਵੀ ਲਿਖਦੇ ਆ, ਉਹ ਕਰਨ ਲੱਗਿਆ ਨਹੀਂ ਰੋਕਦੇ, ਕਹਿੰਦੇ ਕਰ ਤੂੰ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ, ਪਰ ਮੇਰਾ ਕੰਮ ਹੈ ਲਿਖਣਾ, ਕਿਉਂਕਿ ਦਫ਼ਤਰ ਦਈ ਜਬ ਕਾਢ ਹੈ ਤਬ ਹੋਏਗੋ ਕੌਣ ਹਵਾਲ। ਉੱਥੇ ਜਦੋਂ ਲੇਖਾ ਪੁੱਛਿਆ ਜਾਣਾ, ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਚਿੱਤਰ ਗੁਪਤ ਨੇ ਲੇਖਾ ਲਿਖਿਆ ਹੋਇਆ ਕਰਮਾਂ ਦਾ, ਸਭ ਛੂਟੀ ਜਮ ਕੀ ਬਾਕੀ, ਤੇ ਬਾਕੀ ਜਿਹੜੀ ਜਮਾ ਪੂੰਜੀ ਕਰ ਕਰਕੇ ਬੁਰੇ ਕਰਮ ਜਿਹੜੇ ਪਾਪਾਂ ਦੀ ਪੰਡ ਉਠਾਈ ਹੋਈ ਸੀ, ਜਦੋਂ ਗੁਰੂ ਜੀ ਦੇ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਜਪਿਆ ਨਾਮ ਵਾਹਿਗੁਰੂ ਵਾਹਿਗੁਰੂ, ਉਸ ਸਮੇਂ ਮਹਾਰਾਜ ਕਹਿੰਦੇ ਪਾਪਾਂ ਦੀ ਜਮਾ ਪੂੰਜੀ ਵੀ ਸਾਰੀ ਨਾਸ਼ ਹੋ ਗਈ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਸਾਰੇ ਕਰਮਾਂ ਤੋਂ ਹੀ ਛੁਡਾ ਦਿੱਤਾ। ਨਾਮ ਇੱਕ ਇਹੋ ਜੀ ਤੇਜ ਧਾਰ ਤਲਵਾਰ ਹੈ ਜਿਹਦੇ ਨਾਲ ਸਾਰੇ ਪਾਪ ਕੱਟੇ ਜਾਂਦੇ ਆ। ਹਰ ਕੇ ਸੰਤ ਜਪਿਓ ਮਨ ਹਰ ਹਰ, ਜਿਹੜੇ ਮੇਰੇ ਵਾਹਿਗੁਰੂ ਦੇ ਦਰੋਂ ਘਰੋਂ ਵਰਸੋਏ ਹੋਏ ਸੰਤ ਨੇ, ਸੰਤ ਸਰੂਪ ਸਤਿਗੁਰੂ ਜੀ ਦੀ ਸੰਗਤ ਕਰਦਿਆਂ ਹੋਇਆਂ ਜਿਨ੍ਹਾਂ ਨੇ ਮਨ ਕਰਕੇ ਜਪਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿੰਦੇ ਰਸਨਾ ਨਾਲ ਜਪਦੇ ਆ ਤਾਂ ਪਾਪ ਨਾਸ ਹੁੰਦੇ ਆ, ਮਨ ਵਿੱਚ ਵਸ ਜੇ ਤਾਂ ਫਿਰ ਉਹਦੀ ਕਥਾ ਹੀ ਕੀ ਕਹਿਣੀ ਹੈ, ਉਹਦੀ ਤਾਂ ਫਿਰ ਅਪਰੰਪਾਰ ਗਤੀ ਬਣ ਜਾਂਦੀ ਹੈ। ਸਾਧ ਸੰਗਤ ਜੀ ਉਸ ਦੀ ਹਾਲਤ ਕਥਨ ਨਹੀਂ ਕੀਤੀ ਜਾ ਸਕਦੀ ਜਿਸ ਦੇ ਮਨ ਵਿੱਚ ਵਾਹਿਗੁਰੂ ਜੀ ਵਸ ਜਾਂਦੇ ਆ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਭਾਈ ਮਹਾਂਪੁਰਸ਼ਾਂ ਦੇ ਗੁਰਸਿੱਖਾਂ ਦੇ ਮਨ ਵਿੱਚ ਮੇਰੇ ਵਾਹਿਗੁਰੂ ਦਾ ਵਾਸ ਹੈ। ਲਗ ਸੰਗਤ ਸਾਧ ਜਨਾ ਕੀ, ਮਹਾਰਾਜ ਮਨ ਵਿੱਚ ਕਿਵੇਂ ਵਸ ਜਾਂਦਾ ਹੈ? ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਸਾਧੂ ਰੂਪ ਗੁਰੂ ਨਾਨਕ ਸਾਹਿਬ ਹਨ ਨਾ, ਸਤਿਗੁਰੂ ਜੀ ਦੀ ਸੰਗਤ ਵਿੱਚ ਲੱਗਣੇ ਕਰਕੇ, ਸੰਗਤ ਵਿੱਚ ਜੁੜਨੇ ਕਰਕੇ ਮਨ ਵਿੱਚ ਵਸ ਜਾਂਦਾ ਹੈ ਵਾਹਿਗੁਰੂ ਦਾ ਨਾਮ। ਹਰ ਵੇਲੇ ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੈ ਨਾ, ਇਵੇਂ ਸੰਗਤ ਵਿੱਚ ਰਿਹਾ ਹੋਇਆ ਸਾਰੇ ਇੰਦਰੇ ਪਵਿੱਤਰ ਹੋ ਜਾਂਦੇ ਆ ਤੇ ਨਾਮ ਫਿਰ ਹਿਰਦੇ ਵਿੱਚ ਉਤਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸਾਧੂਆਂ ਦੀ ਗੁਰਸਿੱਖਾਂ ਦੀ ਸੰਗਤ ਵਿੱਚ ਲੱਗ ਕਰਕੇ ਭਾਵ ਨਾਲ ਜੁੜ ਕਰਕੇ ਜਪਿਆ ਹੈ, ਉਹਨਾਂ ਨੂੰ ਮਨ ਦੇ ਅੰਦਰ ਪ੍ਰੀਤ ਪ੍ਰਾਪਤ ਹੋਈ ਹੈ, ਵਾਹਿਗੁਰੂ ਦਾ ਨਾਮ ਉਹਨਾਂ ਦੇ ਮਨ ਵਿੱਚ ਵਸਿਆ ਹੈ। ਦਿਨ ਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ, ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਿਵੇਂ ਦਿਨ ਵੇਲੇ ਸੂਰਜ ਤਪਦਾ ਹੁੰਦਾ ਹੈ ਨਾ, ਇਵੇਂ ਸਾਧ ਸੰਗਤ ਜੀ ਜੀਆਂ ਦੇ ਅੰਦਰ ਨਾ ਵਕਾਰਾਂ ਦੀ ਤਪਸ਼ ਜਿਹੜੀ ਆ ਉਹ ਬਹੁਤ ਸੇਕ ਲਾ ਰਹੀ ਹੈ, ਤੇ ਫਿਰ ਤ੍ਰਿਸ਼ਨਾ ਦੀ ਜਿਹੜੀ ਅੱਗ ਵੈ, ਕਿੰਨੇ ਪਦਾਰਥ ਮਿਲ ਜਾਣ ਤੇ ਤਾਂ ਵੀ ਤ੍ਰਿਸ਼ਨਾ ਨਹੀਂ ਬੁਝਦੀ। ਰਾਜੇ ਲੋਕ ਜਿਹੜੇ ਉਹ ਸੁਖੀ ਹੈ, ਕਿਤੇ ਬਹੁਤ ਦੁਖੀ ਹੈ। ਜਿਹੜਾ ਜਦੋਂ ਬ੍ਰਿਟਿਸ਼ ਦਾ ਰਾਜ ਸੀ, ਕਹਿੰਦੇ ਜਾਰਜ ਪੰਚਮ ਨੂੰ ਕਰੰਟ ਲਾ ਕੇ ਸਵਾਉਣਾ ਪੈਂਦਾ ਸੀ, ਏਡੇ ਦੁਖੀ ਹੁੰਦੇ ਆ। ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਦਿਨ ਦੀ ਨਿਆਈ ਕੀ ਹੈ, ਬਾਹਰੋਂ ਉਜਾਲਾ ਭੇਖ ਬਣਾ ਕੇ ਕਿ ਮੈਂ ਧਰਮੀ ਆ, ਪਰ ਅੰਦਰ ਵਿਕਾਰਾਂ ਦੀ ਤਪਸ਼ ਜਿਹੜੀ ਆ ਉਹ ਵਿਆਪ ਰਹੀ ਹੈ ਤੇ ਪਦਾਰਥਾਂ ਦੀ ਪਕੜ ਜਿਹੜੀ ਆ ਉਹ ਨਹੀਂ ਛੁੱਟ ਰਹੀ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜਿਵੇਂ
ਅੰਦਰ ਹਿਰਦੇ ਦੇ ਅੰਦਰ ਹਿਰਦੇ ਰੂਪੀ ਆਕਾਸ਼ ਵਿੱਚ ਸੂਰਜ ਦੇ ਚੜ੍ਹਿਆ ਹੋਇਆ ਕਿਹੜਾ ਵਿਕਾਰਾਂ ਦੀ ਤਪਸ਼ ਲਾ ਰਿਹਾ, ਸੇਕ ਲਾ ਰਿਹਾ, ਤੇ ਤ੍ਰਿਸ਼ਨਾ ਦੀ ਅੱਗ ਜਿਹੜੀ ਉਹ ਭੱਖ ਲਾ ਲਈ, ਜਿਵੇਂ ਮਾਰੂ ਥਲ ਵਿੱਚ ਭੱਖ ਲੱਗਦੇ ਆ। ਸਿਵ ਚਰਿਓ ਚੰਦ ਚੰਦਾ ਕੀ। ਸ਼ਿਵ ਕਹਿੰਦੇ ਆ ਕਲਿਆਣ ਸਰੂਪ ਨੂੰ। ਕਲਿਆਣ ਸਰੂਪ ਸਤਿਗੁਰੂ ਰੂਪੀ ਚੰਦਰਮਾ ਜਿਨ੍ਹਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਚੜ੍ਹ ਜਾਂਦਾ ਹੈ। ਫਿਰ ਸਾਧ ਸੰਗਤ ਜੀ, ਜਿੱਥੇ ਚੰਦਰਮਾ ਦੀ ਚਾਂਦਨੀ ਹੈ ਨਾ, ਚੰਦਰਮਾ ਦੀਆਂ ਕਿਰਨਾਂ ਠੰਡਕ ਦਿੰਦੀਆਂ, ਰਸਾਂ ਨੂੰ ਫਲਾਂ ਵਿੱਚ ਰਸ ਭਰ ਦਿੰਦੀਆਂ ਚੰਦਰਮਾ ਦੀਆਂ ਕਿਰਨਾਂ। ਜਿਨ੍ਹਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਗੁਰੂ ਰੂਪੀ ਚੰਦਰਮਾ ਚੜ੍ਹ ਪਿਆ ਨਾ, ਉੱਥੇ ਫਿਰ ਸੱਚੇ ਪਾਤਸ਼ਾਹ ਨੇ ਭਗਤੀ ਦਾ ਰਸ ਭਰ ਦਿੱਤਾ ਹੈ। ਸਿਵ ਚਰਿਓ ਚੰਦ ਚੰਦਾਕੀ, ਤੇ ਚੰਦਾਕੀ ਕਿਹੜੀ ਹੈ? ਭਗਤੀ ਦੀ ਚਾਨਣੀ, ਭਗਤੀ ਦਾ ਪ੍ਰਕਾਸ਼। ਇਹ ਸਤਿਗੁਰੂ ਜੀ ਨੇ ਉਹਨਾਂ ਦੇ ਹਿਰਦੇ ਵਿੱਚ ਕਰ ਦਿੱਤਾ ਏ। ਤੁਮ ਵੱਡ ਪੁਰਖ ਵੱਡ ਆਗਮ ਅਗੋਚਰ। ਹਜੂਰ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਕਹਿੰਦੇ, ਹੈ ਵਾਹਿਗੁਰੂ ਤੁਮ ਵੱਡ ਪੁਰਖ, ਆਪ ਜੀ ਵੱਡੇ ਪੁਰਖ ਹੋ। ਤੁਹਾਡੇ ਬਰਾਬਰ ਨਾ ਬ੍ਰਹਮਾ, ਨਾ ਸ਼ਿਵ ਜੀ, ਨਾ ਵਿਸ਼ਨੂੰ, ਕੋਈ ਦੇਵੀ ਦੇਵਤਾ, ਕੋਈ ਮਨੁੱਖ, ਕੋਈ ਦੈਂਤ, ਕੋਈ ਕਿਸੇ ਪ੍ਰਕਾਰ ਆਪ ਦੇ ਬਰਾਬਰ ਨਹੀਂ। ਕੋਈ ਲਵੈ ਨਾ ਲਾਵਣਿਆ, ਕੋਈ ਤੁਹਾਡੇ ਬਰਾਬਰ ਨਹੀਂ ਲਾਇਆ ਜਾ ਸਕਦਾ। ਤੇ ਫਿਰ ਤੁਸੀਂ ਵੱਡੇ ਅਗਮ ਹੋ, ਮਨ ਦੀ ਪਹੁੰਚ ਤੋਂ ਪਰੇ ਹੋ, ਅਸੁੱਧ ਮਨ ਕਰਕੇ ਆਪ ਜੀ ਨੂੰ ਨਹੀਂ ਜਾਣਿਆ ਜਾ ਸਕਦਾ। ਤੇ ਅਗੋਚਰ, ਇੰਦਰੀਆਂ ਦੇ ਵੀ ਅਵਿਸ਼ੇ ਹੋ। ਜੇ ਤਾਂ ਕੋਈ ਚਮੜੀ ਦੇ ਪਰਸਣ ਕਰਕੇ ਆਪ ਨੂੰ ਜਾਣ ਸਕਦਾ ਹੋਵੇ, ਤੇ ਫਿਰ ਤਾਂ ਵੇਖ ਲਵੇ ਕਿ ਪਰਮੇਸ਼ਰ ਨਰਮ ਵੈ, ਗਰਮ ਵੈ, ਕਿਹੋ ਜਿਹਾ। ਉਹ ਕੋਈ ਰੰਗ ਨਹੀਂ ਹੈ ਕਿ ਅੱਖਾਂ ਦੇ ਗੋਚਰੇ ਆ ਜਾਵੇ, ਉਹ ਕੋਈ ਸਵਾਦ ਨਹੀਂ ਕਿ ਰਸਨਾ ਚੱਖ ਕੇ ਦੱਸ ਦੇਵੇ, ਉਹ ਕੋਈ ਸਾਧ ਸੰਗਤ ਜੀ ਧੁਨ ਨਹੀਂ ਕਿ ਕੰਨ ਸੁਣ ਲੈਣ। ਵਾਹਿਗੁਰੂ ਇੰਦਰੀਆਂ ਦੇ ਅਵਿਸ਼ੇ ਹੈ। ਐਸਾ ਅਗਮ ਅਗੋਚਰ ਮਹਾਰਾਜ ਕਹਿੰਦੇ ਪਕੜਿਆ ਗੁਰ ਸ਼ਬਦੀ। ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਨਾਲ ਮਨ ਪਕੜ ਲੈਂਦਾ ਹੈ, ਮਨ ਸਾਖਿਆਤ ਕਰ ਲੈਂਦਾ ਹੈ। ਇਹ ਖੇਡ ਅਸਚਰਜ ਵੈ, ਕਹਿਣ ਤੇ ਸੁਣਨ ਨਾਲ ਸਾਧ ਸੰਗਤ ਜੀ ਇਹਦਾ ਅਨੁਭਵ ਨਹੀਂ ਹੁੰਦਾ, ਇਹਦਾ ਸਪਰਸ਼ ਤਾਂ ਕਮਾਇਆ ਹੁੰਦਾ। ਗੁਰੂ ਸਾਹਿਬ ਦੀ ਜਦੋਂ ਕਿਰਪਾ ਵਰਤਦੀ ਹੈ, ਸਤਿਗੁਰੂ ਜੀ ਕਹਿੰਦੇ ਮੇਰਾ ਵਾਹਿਗੁਰੂ ਸਭ ਤੋਂ ਵੱਡਾ ਹੈ, ਉਹਦੇ ਬਰਾਬਰ ਨਹੀਂ ਕੋਈ, ਉਹਦੇ ਸਦਰਸ਼ ਨਹੀਂ ਕੋਈ, ਪੁਰਖ ਪੂਰਨਮੈ। ਤੇ ਮਹਾਰਾਜ ਕਹਿੰਦੇ ਮਨ ਦੀ ਪਹੁੰਚ ਤੋਂ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਵੱਡਾ ਪੁਰਖ ਹੈ। ਤੁਮ ਆਪੇ ਆਪ ਅਪਾਕੀ। ਹੇ ਵਾਹਿਗੁਰੂ ਤੁਸੀਂ ਆਪ ਹੀ ਜੀਵਾਂ ਦੀ ਉਤਪਤੀ ਕਰਦੇ ਹੋ, ਆਪ ਹੀ ਜੀਆਂ ਦੀ ਪਾਲਣਾ ਕਰਦੇ ਹੋ, ਤੇ ਅਪਾਕੀ ਆਪ ਹੀ ਜੀਵਾਂ ਦੀ ਲੈਤਾ ਕਰਦੇ ਹੋ। ਵਾਹਿਗੁਰੂ ਤੁਸੀਂ ਆਪਣੇ ਆਪ ਤੋਂ ਆਪ ਹੋ, ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ। ਤੁਸੀਂ ਆਪਣੇ ਆਪ ਤੋਂ ਆਪ ਹੋ ਤੇ ਅਪਾਕੀ ਨਿਰਲੇਪ ਹੋ। ਫਿਰ ਸਾਰਿਆਂ ਦੇ ਵਿੱਚ ਵੀ ਸਮਾਏ ਹੋਏ ਹੋ ਤੇ ਸਾਰਿਆਂ ਤੋਂ ਵੱਖਰੇ ਵੀ ਹੋ। ਵਾਹਿਗੁਰੂ ਜੀ ਦੀ ਬਾਬਤ ਸਾਧ ਸੰਗਤ ਜੀ ਇਉਂ ਕਥਨ ਨਹੀਂ ਪਰਪੱਕਤਾ ਸਹਿਤ ਕੋਈ ਕਹਿ ਸਕਦਾ ਕਿ ਜੇ ਮੇਰੇ ਅੰਦਰ ਵਾਹਿਗੁਰੂ ਹੈ ਤਾਂ ਵਾਹਿਗੁਰੂ ਅੰਦਰ, ਪਰ ਮਹਾਰਾਜ ਕਹਿੰਦੇ ਤੇਰੇ ਦੁੱਖਾਂ ਸੁੱਖਾਂ ਤੋਂ ਨਿਰਲੇਪ ਹੈ ਤੇਰੇ ਅੰਦਰ ਹੀ, ਪਰ ਉਸ ਨੂੰ ਪਹਿਚਾਨ, ਉਹ ਪ੍ਰਕਾਸ਼ ਸਰੂਪ ਹੈ। ਸ਼ਬਦ ਦੀ ਕਮਾਈ ਕਰੇਗਾ ਤੂੰ ਆਪਣੇ ਵਾਸਤਵ ਰੂਪ ਨੂੰ ਜਾਣ ਲਏਗਾ, ਦੇਹ ਤੋਂ ਉੱਪਰ ਉੱਠ ਜਾਵੇਂਗਾ। ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਕਹਿੰਦੇ ਵਾਹਿਗੁਰੂ ਜੀ ਸਾਡੇ ਜਨਾਂ ਦੇ ਉੱਤੇ ਆਪਣੀ ਕਿਰਪਾ ਕਰਨਾ ਕਰੋ। ਕਰ ਦਾਸਨ ਦਾਸ ਦਸਾ ਕੀ। ਮਹਾਰਾਜ ਸਾਨੂੰ ਆਪਣੇ ਦਾਸਾਂ ਦੇ ਵੀ ਦਾਸ, ਉਹਨਾਂ ਦੇ ਵੀ ਅੱਗੇ ਮਹਾਰਾਜ ਜਿਹੜੇ ਦਸਾਕੀ ਦਾਸ ਨੇ ਨਾ, ਕਹਿਆ ਮੰਨਣ ਵਾਲੇ, ਆਗਿਆ ਵਿੱਚ ਚੱਲਣ ਵਾਲੇ, ਇਹੋ ਜਿਹਾ ਦਾਸ ਬਣਾ ਲਓ। ਆਪ ਜੀ ਦੇ ਦਰ ਦੇ ਸੇਵਕਾਂ ਦੇ ਸੇਵਕ ਬਣ ਕੇ ਅੱਗੇ ਉਹਨਾਂ ਦੇ ਸੇਵਕ ਬਣ ਕਰਕੇ ਅਸੀਂ ਸੇਵਾ ਕਰੀਏ। ਇਹ ਮਹਾਰਾਜ ਸਾਡੇ ਤੇ ਕਿਰਪਾ ਕਰੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਪਰਮ ਪਵਿੱਤਰ ਰਸਨਾ ਤੋਂ ਇਹ ਅੰਮ੍ਰਿਤ ਉਪਦੇਸ਼ ਬਖਸ਼ਿਸ਼ ਕੀਤਾ ਹੈ।
ਸਤਿਗੁਰੂ ਜੀ ਰਹਿਮਤ ਕਰਨ, ਮਹਾਰਾਜ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ, ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ। ਮਹਾਰਾਜ ਜੀ ਨੇ ਤਰਸ ਕੀਤਾ, ਆਪ ਸੰਗਤਾਂ ਦੇ ਦਰਸ਼ਨਾਂ ਦਾ ਸੁਭਾਗ ਬਖਸ਼ਿਸ਼ ਕੀਤਾ। ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪ ਜੀ ਦਾ ਦਰਸ਼ਨ ਕਰਵਾਇਆ। ਸਤਿਗੁਰੂ ਜੀ ਰਹਿਮਤ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਤੁਮ ਵੱਡ ਪੁਰਖ ਵੱਡ ਆਗਮ ਅਗੋਚਰ, ਤੁਮ ਆਪੇ ਆਪ ਅਪਾਕੀ। ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ, ਕਰ ਦਾਸਨ ਦਾਸ ਦਸਾਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।